ਵੈਲਕਮ, ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਸੋ ਅੱਜ ਦੇ ਸਮੇਂ ਵਿੱਚ ਜੋ ਚਿੰਤਾ ਦਾ ਵਿਸ਼ਾ ਸਟੂਡੈਂਟਸ ਲਈ ਬਣਿਆ ਹੋਇਆ ਹੈ, ਆਸਟ੍ਰੇਲੀਆ ਤੋਂ ਰਿਫਿਊਜ਼ਲਸ। ਕੀ ਕਾਰਨ ਹੈ, ਕਿਹਨਾਂ ਗੱਲਾਂ ਦਾ ਧਿਆਨ ਹੁਣ ਸਟੂਡੈਂਟਸ ਨੂੰ ਰੱਖਣਾ ਚਾਹੀਦਾ ਹੈ, ਤੇ ਨਾਲ ਦੀ ਨਾਲ ਕੈਨੇਡਾ ਔਰ UK 2023 ਦੇ ਵਿੱਚ ਕੀ ਸਕੋਪ ਲੱਗ ਰਿਹਾ ਹੈ, ਕਿਸ ਤਰ੍ਹਾਂ ਦੇ ਟ੍ਰੈਂਡ ਹੋ ਸਕਦੇ ਨੇ। ਸੋ ਉਸ ਉੱਪਰ ਆਪਾਂ ਡਿਸਕਸ਼ਨ ਕਰਾਂਗੇ। ਤੇ ਅੱਜ ਦੀ ਗੱਲਬਾਤ ਲਈ ਸਾਡੇ ਨਾਲ ਸ਼ੋਅ ਦੇ ਵਿੱਚ ਮੌਜੂਦ ਨੇ ਜੀ ESS ਗਲੋਬਲ ਇਮੀਗ੍ਰੇਸ਼ਨ ਸੋ ਵੀਜ਼ਾ ਐਕਸਪਰਟ ਮਿਸਟਰ ਰੋਹਿਤ ਸੇਠੀ ਜੀ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ ਜੀ। ਤੇ ਸਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ESS ਦੀ ਪੂਰੀ ਟੀਮ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਹਾਂਜੀ, ਅਗਰ ਆਪਾਂ ਜਿਵੇਂ ਮੈਂ ਸ਼ੁਰੂਆਤ ਵਿੱਚ ਗੱਲ ਕੀਤੀ ਹੈ, ਆਸਟ੍ਰੇਲੀਆ ਤੋਂ ਜਿਹੜੀ ਲਗਾਤਾਰ ਰਿਫਿਊਜ਼ਲਸ ਬਹੁਤ ਹੀ ਜ਼ਿਆਦਾ ਵੱਧ ਗਈਆਂ ਨੇ, ਕੀ ਕਾਰਨ ਹੈ? ਪਹਿਲਾਂ ਤਾਂ ਉਹ ਕਾਰਨ ਨੂੰ ਸਮਝਣਾ ਚਾਹਾਂਗੇ। ਆਖਿਰ ਕਿੱਥੇ ਗਲਤੀ ਹੋ ਰਹੀ ਹੈ, ਕਿਉਂ ਇੰਨੀ ਜ਼ਿਆਦਾ ਰਿਫਿਊਜ਼ਲ ਹੈ? ਦੇਖੋ, ਕਹਿੰਦੇ ਨਾ ਜਿੱਥੇ ਕੋਈ ਧੂਆਂ ਹੈ ਤਾਂ ਕਿਤੇ ਨਾ ਕਿਤੇ ਅੱਗ ਲੱਗੀ ਹੋਣੀ ਹੈ। ਬਿਲਕੁਲ ਜੀ। ਨੰਬਰ 1। ਨੰਬਰ 2, ਮੈਂ ਨਾ ਹਮੇਸ਼ਾ ਹੀ ਇੱਕ ਚੀਜ਼ ਸਟੂਡੈਂਟਸ ਨੂੰ ਸਮਝਾਉਣਾ ਤੇ ਆਪਣੇ ਦਿਮਾਗ 'ਚ ਬੜਾ ਕਲੀਅਰ ਲੈ ਕੇ ਚੱਲਿਆ ਹੋਇਆ ਇਸ ਇੰਡਸਟਰੀ ਬਾਰੇ ਜੀ। ਸਟੂਡੈਂਟ ਜਿਹੜਾ ਹੈਗਾ ਉਹ ਬਾਟਮ ਆਫ ਫੂਡ ਚੇਨ 'ਚ ਹੈ। ਮਤਲਬ ਆਪਾਂ ਫੂਡ ਚੇਨ ਜੇ ਸਾਇੰਸ ਦੀ ਸਭ ਯਾਦ ਹੋਵੇ, ਦੈਟ ਛੋਟੇ ਜਾਨਵਰ ਨੂੰ ਵੱਡਾ ਜਾਨਵਰ ਖਾਂਦਾ, ਵੱਡੇ ਨੂੰ ਉਸ ਤੋਂ ਵੱਡਾ ਖਾਂਦਾ, ਹਰੇਕ ਨੇ ਸਸਟੇਨ ਰੱਖਣਾ ਹੁੰਦਾ ਆਪਣੇ ਆਪ ਨੂੰ। ਉਸੇ ਤਰੀਕੇ ਨਾਲ ਜੇ ਆਪਾਂ ਓਵਰਸੀਜ਼ ਸਟੱਡੀਜ਼ ਦਾ ਪਿਰਾਮਿਡ ਵੇਖੀਏ, ਸਟੂਡੈਂਟ ਸਭ ਤੋਂ ਬਾਟਮ ਤੇ ਆਉਂਦਾ ਹੈ। ਕੋਈ ਵੀ ਕਿਤੇ ਵੀ ਪਾਲਿਸੀ ਬਦਲੀ ਜਾਂਦੀ ਹੈ, ਉਹਦਾ ਇੰਪੈਕਟ ਯੂਨੀਵਰਸਿਟੀਜ਼ ਨੂੰ, ਏਜੰਟ ਨੂੰ ਇੱਕ ਲਿਮਿਟਿਡ ਨੰਬਰ ਤੇ ਆਉਂਦਾ ਹੈ। ਹਾਊਐਵਰ ਸਟੂਡੈਂਟ ਨੂੰ ਸਭ ਤੋਂ ਜ਼ਿਆਦਾ ਆਉਂਦਾ, ਕਿਉਂਕਿ ਉਹਦਾ ਪੈਸਾ, ਟਾਈਮ ਐਂਡ ਸੁਪਨੇ ਉਹਦੇ ਨਾਲ ਜੁੜੇ ਹੁੰਦੇ ਨੇ। ਹੁਣ ਜਦੋਂ ਸਟੂਡੈਂਟ ਬਾਟਮ ਆਫ ਦਾ ਫੂਡ ਚੇਨ ਦੇ ਵਿੱਚ ਹੈਗਾ ਇਸ ਓਵਰਸੀਜ਼ ਇੰਡਸਟਰੀ ਦੇ, ਤਾਂ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਉਹਦੀ ਆਪਦੀ ਬਣ ਜਾਂਦੀ ਹੈ ਆਪਣੇ ਆਪ ਨੂੰ ਬੈਸਟ ਦਾ ਬੈਸਟ ਬਚਾ ਕੇ ਕਿਵੇਂ ਉੱਤੇ ਲੈ ਕੇ ਜਾਣਾ ਹੈਗਾ, ਤਾਂ ਕਿ ਉਹ ਇੱਕ ਸਟੈਪ ਅੱਗੇ ਜਾਂਦਾ ਰਹੇ ਜ਼ਿੰਦਗੀ ਦੇ ਵਿੱਚ। ਹੁਣ ਵਾਪਸ ਆਉਣਾ ਧੂਏ ਤੇ ਅੱਗ ਵਾਲੇ ਐਗਜ਼ਾਮਪਲ ਦੇ ਉੱਤੇ, ਹੁਣ ਜਦ ਵੀ ਕਿਸੇ ਵੀ ਕੰਟਰੀ ਦੇ ਵੀਜ਼ਾ ਰਿਜੈਕਸ਼ਨ ਆਉਂਦੇ ਹੈ, ਕੁਛ ਨਾ ਕੁਛ ਉਸ ਓਵਰਸੀਜ਼ ਐਜੂਕੇਸ਼ਨ ਦੀ ਲੈਡਰ ਜਾਂ ਪਿਰਾਮਿਡ 'ਚ ਬਦਲਾਵ ਆਇਆ ਹੁੰਦਾ। ਬਿਲਕੁਲ ਹੋ ਸਕਦਾ ਸਭ ਤੋਂ ਪਹਿਲਾਂ ਪਾਲਿਸੀ ਬਦਲੀ ਹੋਵੇ, ਜਿਹਦੇ ਕਰਕੇ ਮਨਾਹੀ ਹੋ ਗਿਆ ਵੀ ਹੁਣ ਵੀਜ਼ਾ ਦੇਣਾ ਹੀ ਨਹੀਂ ਹੈਗਾ ਇਸ ਪਰਟੀਕੂਲਰ ਪ੍ਰੋਫਾਈਲਸ ਨੂੰ, ਇਸ ਪਰਟੀਕੂਲਰ ਰੀਜਨ ਨੂੰ, ਇਸ ਪਰਟੀਕੂਲਰ ਇਲਾਕੇ ਨੂੰ, ਜਾਂ ਇਸ ਪਰਟੀਕੂਲਰ ਕਾਈਂਡ ਆਫ ਪ੍ਰੋਫਾਈਲਸ ਨੂੰ। ਇੱਕ ਰੂਲ ਬਣਦਾ, ਰੂਲ ਇੰਪਲੀਮੈਂਟ ਹੁੰਦਾ ਨੀਚੇ ਜਾਂ ਯਕਦਮ ਹੀ ਹੋ ਜਾਂਦਾ, ਇੱਕਦਮ ਹੀ ਰੂਲ ਇੰਪਲੀਮੈਂਟ ਹੋ ਗਏ, ਜਿਹਦੇ ਕਰਕੇ ਰਿਜੈਕਸ਼ਨ ਆਉਣੇ ਸ਼ੁਰੂ ਹੋ ਜਾਂਦੇ ਨੇ। ਹੁਣ ਮੇਰੀ ਟ੍ਰਾਂਸਲੇਸ਼ਨ ਇਸ ਇੰਡਸਟਰੀ ਦੀ ਬੜੀ ਸਿੰਪਲ ਹੈ। ਜੇ ਤੁਹਾਡਾ ਜਿਹੜਾ ਰਿਫਿਊਜ਼ਲ ਦਾ ਰੀਜ਼ਨ ਹੈ ਉਹ ਸਟੈਂਡਰਡ ਆਉਂਦਾ ਪਿਆ, ਮਤਲਬ ਕੇਸ ਟੂ ਕੇਸ ਬੇਸ ਤੇ ਨਾ ਆ ਕੇ ਮੇਰੇ ਕੇਸ ਨਾਲ ਸੰਬੰਧਿਤ ਕੁਝ ਨਹੀਂ ਲਿਖਿਆ ਹੋਇਆ, ਇੱਕ ਸਿੰਪਲ ਵਰਡ ਔਰ ਪੈਰਾਗ੍ਰਾਫ ਜੋ ਹਰੇਕ ਰਿਫਿਊਜ਼ਲ ਦਾ ਮਿਲਦਾ ਹੈਗਾ, ਕਿਤੇ ਨਾ ਕਿਤੇ ਸਫਾਈ ਹੁੰਦੀ ਪਈ ਹੈ। ਉਹ ਇਹ ਸਫਾਈ ਹੈ ਵੀ ਸਾਡੇ ਸਿਸਟਮ ਦਾ ਫਾਇਦਾ ਚੁੱਕਿਆ ਗਿਆ। ਅੱਜ ਅਸੀਂ ਇਸ ਪਰਟੀਕੂਲਰ ਇਲਾਕੇ 'ਚੋਂ, ਇਸ ਪਰਟੀਕੂਲਰ ਕਾਲਜਿਸ ਦਾ, ਇਸ ਪਰਟੀਕੂਲਰ ਪ੍ਰੋਫਾਈਲਸ ਦਾ ਵੀਜ਼ਾ ਨਹੀਂ ਦੇਣਾ, ਤਾਂ ਕਲੀਨ ਸਵੀਪ ਹੈਗੀ ਹੈ ਇਹਨਾਂ ਪਰਟੀਕੂਲਰ ਪ੍ਰੋਫਾਈਲਸ ਦੇ ਉੱਤੇ। ਕਈ ਵਾਰ ਹਰੇਕ ਬੰਦਾ ਆਪਣੀ ਕੈਲਕੂਲੇਸ਼ਨ ਲਾਉਂਦਾ, ਇਹ ਕਹਿੰਦਾ ਜੀ ਮੇਰੇ ਸਾਰੇ ਸਪਾਊਸ ਕੇਸ ਦਾ ਰਿਜੈਕਸ਼ਨ ਆਇਆ ਤਾਂ ਸਪਾਊਸ ਆਸਟ੍ਰੇਲੀਆ ਨੇ ਬੰਦ ਕਰਤੇ। ਕਈ ਵਾਰ ਇਹ ਆਉਂਦਾ ਜੀ ਮੇਰੇ ਸਾਰੇ ਇਸੇ ਯੂਨੀਵਰਸਿਟੀ ਦੇ ਰਿਜੈਕਸ਼ਨ ਆਇਆ ਤਾਂ ਆਹ ਯੂਨੀਵਰਸਿਟੀ ਨੂੰ ਵੀਜ਼ਾ ਮਿਲਦਾ ਹੀ ਨਹੀਂ ਪਿਆ। ਅਗੇਨ ਅਲੱਗ ਲੋਕਾਂ ਦੀ ਅਲੱਗ ਟਰਾਂਸਲੇਸ਼ਨ ਹੋਏਗੀ। ਵੇਰਐਜ਼ ਤੁਸੀਂ ਓਵਰਆਲ ਦੇਖੋਗੇ ਰਿਜੈਕਸ਼ਨ ਰੇਟ ਬਹੁਤ ਜ਼ਿਆਦਾ ਵਧਿਆ ਹੈਗਾ ਪੂਰੇ ਪਿਛਲੇ 2 ਤੋਂ 3 ਹਫ਼ਤਿਆਂ ਦੇ ਵਿੱਚ। ਤੇ ਮੇਰੀ ਉਮੀਦ ਹੈ 1 ਹਫ਼ਤਾ 1.5 ਹਫ਼ਤਾ ਐਵੇਂ ਹੀ ਰਹੇਗਾ ਜਦ ਤੱਕ ਇਹ ਸਫਾਈ ਪੂਰੀ ਨਹੀਂ ਹੋ ਜਾਂਦੀ ਉਹਨਾਂ ਦੀ ਹਰ ਪਾਸਿਓਂ ਫॉर ਅ ਪਰਟੀਕੂਲਰ ਰੀਜ਼ਨ। ਕਿਉਂਕਿ ਜਿਸ ਦਿਨ ਰਿਫਿਊਜ਼ਲ ਆਉਣੇ ਸ਼ੁਰੂ ਹੋਏ, 1 ਦਿਨ ਆਏ, 2 ਦਿਨ ਆਏ, ਤੀਜੇ ਦਿਨ ਰਿਫਿਊਜ਼ਲ ਆਉਣ ਤੋਂ ਬਾਅਦ ਯੂਨੀਵਰਸਿਟੀਜ਼ ਦੀ ਮੇਲ ਆਉਣੀ ਸ਼ੁਰੂ ਹੋ ਗਈਆਂ। ਸਵਿਨਬਰਨ ਯੂਨੀਵਰਸਿਟੀ ਉਹਨੇ ਆਪਣਾ ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰਾਖੰਡ ਸਾਰਾ ਬੈਨ ਕਰਤਾ, ਸਾਨੂੰ ਇੱਥੋਂ ਕੋਈ ਐਪਲੀਕੇਸ਼ਨ ਨਹੀਂ ਚਾਹੀਦੀ ਟਿਲ ਫਰਦਰ ਇੰਸਟਰਕਸ਼ਨਸ। ਟੋਰੈਂਸ ਯੂਨੀਵਰਸਿਟੀ ਦਾ ਖੈਰ ਉਸ ਤੋਂ ਪਹਿਲਾਂ ਹੀ ਕਰਤਾ ਸੀ 1 ਦਿਨ ਪਹਿਲਾਂ ਵੀ ਆਹ 4 ਰੀਜਨ ਸਾਡੇ ਵਾਸਤੇ ਬੈਨ ਹੈਗੇ ਨੇ, ਕਿਉਂਕਿ ਜੋ ਡੈਮੇਜ ਹੋ ਚੁੱਕਿਆ ਹੈ, ਜੋ ਐਪਲੀਕੇਸ਼ਨਸ ਹੋ ਚੁੱਕੀਆਂ ਨੇ, ਉਹਨੂੰ ਵਾਪਸ ਨਹੀਂ ਖਿੱਚ ਸਕਦੇ, ਬਟ ਨਵੇਂ ਬੱਚੇ ਨੂੰ ਲੈਣਾ ਮਨਾ ਕਰ ਦਿੰਦੇ ਨੇ, ਕਿਉਂਕਿ ਉਹਨਾਂ ਨੇ ਆਪਣੀ ਅਸੈਸਮੈਂਟ ਰੇਟਿੰਗ ਬਚਾਉਣੀ ਹੈ। ਇਹ ਤਾਂ ਹੋ ਗਿਆ ਕਾਲਜ ਦਾ ਰੋਲ। ਏਜੰਟ ਕਹਿੰਦਾ ਆਉਂਦੇ ਪਏ ਜੀ ਸਟੈਂਡਰਡ ਰਿਫਿਊਜ਼ਲ ਹੈ ਸਾਰੇ ਦੇ ਸਾਰੇ, ਯੂ ਕਾਂਟ ਡੂ ਐਨੀਥਿੰਗ ਅਬਾਊਟ ਇਟ। ਕੋਈ ਇੰਟੈਲੀਜੈਂਸ ਲੈਵਲ ਲੱਗ ਹੀ ਨਹੀਂ ਸਕਦਾ ਵੀ ਇਹ ਪ੍ਰੋਫਾਈਲ ਨੂੰ ਕਿਉਂ ਰਿਜੈਕਟ ਆਇਆ, ਕਿਉਂਕਿ ਉਹਦੇ ਵਿੱਚ ਇੱਕ ਐਲੀਕੋਜ਼ ਪਲੱਸ ਮਾਸਟਰਸ ਦਾ ਵੀਜ਼ਾ ਆ ਜਾਂਦਾ, ਇੱਕ ਵਧੀਆ ਮਾਸਟਰਸ ਪ੍ਰੋਫਾਈਲ ਦਾ ਵੀਜ਼ਾ ਰਿਜੈਕਟ ਹੋ ਜਾਂਦਾ, ਤਾਂ ਸਾਰੇ ਫਾਰਮੂਲਾਸ ਜਿਹੜੇ ਹੈ ਉਹ ਕਿਤੇ ਨਾ ਕਿਤੇ ਖਿਚੜੀ 'ਚ ਪੱਕ ਕੇ ਸਾਈਡ ਤੇ ਹੋ ਜਾਂਦੇ ਨੇ ਵੀ ਹੁਣ ਦਿਮਾਗ ਨਹੀਂ ਖਪਾਇਆ ਜਾਂਦਾ। ਇਹ ਸਟੈਂਡਰਡਾਈਜ਼ ਰਿਫਿਊਜ਼ਲ ਆਉਂਦੇ ਪਏ ਆ, ਜਿੰਨੀ ਛੇਤੀ ਖਤਮ ਹੋਣਗੇ ਉਨਾ ਵਧੀਆ ਹੈਗਾ। ਬਟ ਟੂ ਦ ਸਟੂਡੈਂਟ, ਜਿਹੜਾ ਸਟੂਡੈਂਟ ਨੇ ਆਪਣੀ ਜਦ ਯੂਨੀਵਰਸਿਟੀ ਜਾਂਦਾ ਪਿਆ, ਮੈਂ ਲਾਸਟ ਟਾਈਮ ਵੀ ਸ਼ੋਅ ਦੇ ਵਿੱਚ ਇਹੀ ਕਿਹਾ ਸੀਗਾ, ਆਪਣੇ ਡਾਕੂਮੈਂਟੇਸ਼ਨ ਨੂੰ ਸਟਰੋਂਗ ਰੱਖੋ ਲਾਈਕ ਓਲਡ ਟਾਈਮਸ। ਇਹ ਮੇਰੀ ਜ਼ਿੰਮੇਵਾਰੀ ਹੈ ਐਜ਼ ਅ ਸਟੂਡੈਂਟ ਯੂਨੀਵਰਸਿਟੀ ਨੂੰ ਜਾਂ ਆਪਣਾ ਅੰਬੈਸੀ ਨੂੰ ਦੱਸਣਾ
ਜੇ ਮੈਂ ਐਕਚੁਅਲ ਜੈਨੂਇਨ ਦੇ ਵਿੱਚ ਹੈਗਾ, ਮੇਰੇ ਕੋਲ 100 ਸਬੂਤ ਹੈ ਜੈਨੂਇਨਨੈਸ ਵਾਲੇ। ਛੋਟਾ ਜਿਹਾ ਐਗਜ਼ਾਮਪਲ ਦੇ ਦਿੰਦਾ ਇੱਥੇ। ਰੀਸੈਂਟਲੀ ਇੱਕ ਯੂਨੀਵਰਸਿਟੀ ਨੇ ਵੈਟਨਰੀ ਡਾਕਟਰਸ ਦਾ ਸਰਟੀਫਿਕੇਟ ਲੈਣ ਲਈ ਮਨਾ ਕਰਤਾ, ਨਾਲ ਇਹ ਕਿਹਾ ਸਾਨੂੰ ਐਨੀਮਲ ਹਸਬੈਂਡਰੀ ਵਾਲਾ ਕਾਗਜ਼ ਦਿਓ ਵੀ ਤੁਸੀਂ ਉੱਥੇ ਰਜਿਸਟਰਡ ਹੈਗੇ ਹੋ। ਆਪਣੇ ਆਨਲਾਈਨ ਸਬੂਤ ਦਿਓ ਕਾਰੋਬਾਰ ਦੇ, ਤੁਹਾਡਾ ਖੇਤੀਬਾੜੀ ਹੈਗਾ, ਪੋਲਟਰੀ ਫਾਰਮ ਹੈਗਾ, ਜਾਂ ਤੁਹਾਡਾ ਡੇਅਰੀ ਤੋਂ ਇਨਕਮ ਆਉਂਦੀ ਪਈ ਹੈ, ਵੇਰੀਅਸ ਸੋਰਸਸ ਆਫ ਇਨਕਮ। ਦੇਖੋ ਗੱਲ ਮੁੱਕਦੀ ਹੈ ਕਾਗਜ਼ਾਂ ਦੇ ਉੱਤੇ। ਜੇ ਮੈਂ ਜੈਨੂਇਨ ਹੈ ਤਾਂ ਮੈਂ ਚਲਾ ਕੇ ਦੱਸਾਂਗਾ, ਨਾਲ 100 ਕਾਗਜ਼ ਪ੍ਰੋਡਿਊਸ ਕਰਾਂਗਾ ਮੇਰੀ ਇਹ ਜੈਨੂਇਨ ਚੀਜ਼ ਹੈਗੀ ਹੈ। ਜਾਂ ਆਪਣੀ ਪ੍ਰੋਫਾਈਲ ਨੂੰ 1 ਸਾਲ ਪਹਿਲਾਂ ਹੀ ਤਿਆਰੀ ਕਰਨੀ ਸ਼ੁਰੂ ਕਰੋ ਵੀ ਇਸ ਤਰੀਕੇ ਦਾ ਮੈਂ ਵੀਜ਼ਾ ਕਿਵੇਂ ਲੈ ਸਕਦਾ ਹੈਗਾ ਤੇ ਇਹਦੇ ਲਈ ਕੀ ਚਾਹੀਦਾ ਹੋਏਗਾ, ਜਿਵੇਂ ਐਕਚੁਅਲ US ਦੇ ਵਿੱਚ ਕਰਦੇ ਆ। ਤਾਂ ਹਾਲ ਦੀ ਘੜੀ ਜਿਹੜਾ ਆਸਟ੍ਰੇਲੀਆ ਦਾ ਰਿਫਿਊਜ਼ਲ ਹੈ, ਦੈਟ ਇਜ਼ ਬੇਸਿਸ ਆਫ ਸਮ ਪਾਲਿਸੀ ਚੇਂਜ, ਸ਼ਾਇਦ ਪੰਜਾਬ ਨੂੰ ਲੈ ਕੇ ਜਾਂ ਸ਼ਾਇਦ ਨਾਰਥ ਇੰਡੀਆ ਨੂੰ ਲੈ ਕੇ, ਜਿਹਦੇ ਵਿੱਚ ਵੀਜ਼ੇ ਆਉਣ ਦੀ ਤਾਦਾਦ ਹੈਗੀ ਹੈ ਬਟ ਓਨੀ ਨਹੀਂ ਹੈ ਜਿੰਨੀ ਉਮੀਦ ਸੀਗੀ। ਰਿਜੈਕਸ਼ਨ ਦੀ ਤਾਦਾਦ ਜੋ ਬਹੁਤ ਜ਼ਿਆਦਾ ਉਮੀਦ ਤੋਂ ਘੱਟ ਸੀਗੀ ਉਹ ਤੋਂ ਬਹੁਤ ਜ਼ਿਆਦਾ ਹੈ। ਤੇ ਉਹ ਟਾਰਗੇਟ ਕੁਛ ਨਾ ਕੁਛ ਹੁੰਦਾ ਪਿਆ, ਧੂੰਆਂ ਕਿਤੇ ਬਗੈਰ ਅੱਗ ਤੋਂ ਨਹੀਂ ਨਿਕਲਦਾ ਪਿਆ, ਕੋਈ ਨਾ ਕੋਈ ਫਰਾਡ ਬਿਲਕੁਲ ਫੜਿਆ ਗਿਆ ਹੋਣਾ, ਜੋ ਅੱਜ ਨਹੀਂ ਖੈਰ ਅਗਲੇ ਹਫਤੇ ਤੱਥਾਂ ਦੇ ਨਾਲ ਅੱਗੇ ਆ ਜਾਊਗਾ ਹਰੇਕ ਦੇ ਅੱਗੇ ਵੀ ਕਿਉਂ ਇਹ ਚੀਜ਼ ਹੋਈ। ਕਿਉਂਕਿ ਜਦ ਸਟੋਰੀ ਪੂਰੀ ਹੋ ਜਾਂਦੀ ਹੈ ਉਦੋਂ ਬਹੁਤ ਲੋਕਾਂ ਦਾ ਗਿਆਨ ਆਉਣਾ ਸ਼ੁਰੂ ਹੋ ਜਾਂਦਾ ਸਟੋਰੀ ਦਾ ਆ ਕਰੈਕਸ ਹੈਗਾ। ਬਿਲਕੁਲ ਸਹੀ ਗੱਲ ਕਹੀ, ਕਿਉਂਕਿ ਪਹਿਲਾਂ ਵੀ ਜੋ ਹੈ ਫਰਾਡ ਡਾਕੂਮੈਂਟਸ ਹੋਣ ਕਰਕੇ ਵੈਰੀਫਿਕੇਸ਼ਨ ਟਾਈਮ ਜ਼ਿਆਦਾ ਲੈ ਰਿਹਾ ਸੀ ਆਸਟ੍ਰੇਲੀਆ। ਸਾਡੇ ਨਾਰਥ ਦੇ ਸਟੂਡੈਂਟਸ ਖਾਸ ਤੌਰ 'ਤੇ ਪੰਜਾਬ ਹਰਿਆਣਾ ਦੀ ਗੱਲ ਕਰੀਏ ਤਾਂ ਹੁਣ ਵੀ ਅਗਰ ਰਿਫਿਊਜ਼ਲ ਰੇਟ ਇੱਕਦਮ ਵਧਿਆ ਤਾਂ ਉਸਦੇ ਪਿੱਛੇ ਕੁਝ ਸੋਲਿਡ ਰੀਜ਼ਨਸ ਹੀ ਜ਼ਰੂਰ ਰਹੇ ਹੋਣਗੇ, ਕਿਉਂਕਿ ਆਸਟ੍ਰੇਲੀਆ ਜੋ ਅਸੀਂ ਜਾਣਦੇ ਹਾਂ ਕਿ ਜਿਵੇਂ ਉਹਨਾਂ ਨੇ ਵਰਕ ਰਾਈਟਸ ਖੁੱਲ੍ਹੇ ਦਿੱਤੇ ਸੀ ਤਾਂ ਉਹ ਵੈਲਕਮ ਕਰ ਰਹੇ ਸੀ ਸਟੂਡੈਂਟਸ ਨੂੰ, ਪਰ ਹੁਣ ਰਿਫਿਊਜ਼ਲਸ ਆ ਰਹੀਆਂ ਨੇ ਜ਼ਿਆਦਾ, ਤਾਂ ਉਸਦੇ ਪਿੱਛੇ ਵਾਕਈ ਕੁਝ ਸੋਲਿਡ ਰੀਜ਼ਨਸ ਨੇ। ਤੇ ਚਲੋ ਅਗਰ ਆਪਾਂ ਹੁਣ ਫਿਲਹਾਲ ਰਿਫਿਊਜ਼ਲਸ ਦੀ ਗੱਲ ਕਰ ਰਹੇ ਹਾਂ, ਪਰ ਆਉਣ ਵਾਲੇ ਟਾਈਮ ਕਿਵੇਂ ਦੇਖੀਏ, ਕਿਉਂਕਿ ਜਿਹੜੇ ਸਟੂਡੈਂਟਸ ਅਪਲਾਈ ਹੀ ਆਸਟ੍ਰੇਲੀਆ ਲਈ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਤੁਸੀਂ ਕੀ ਸੁਜੈਸਟ ਕਰਦੇ ਹੋ? ਮਤਲਬ ਇੱਕ ਤਾਂ ਤੁਸੀਂ ਗੱਲ ਕਹੀ ਹੈ ਕਿ ਜੈਨੂਇਨ ਡਾਕੂਮੈਂਟਸ ਹੈ ਤਾਂ ਸਟੂਡੈਂਟਸ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਐਬਸੋਲੂਟਲੀ, ਬਿਲਕੁਲ ਨਹੀਂ ਹੈਗੀ। ਦੇਖੋ ਸੈਕੰਡ ਚੀਜ਼ ਇਹ ਹੈਗੀ ਜਿਹੜਾ ਆਉਣ ਵਾਲਾ ਇਨਟੇਕ ਹੈ ਜਾਂ ਓਵਰਸੀਜ਼ ਐਜੂਕੇਸ਼ਨ ਦਾ ਜਿਹੜਾ ਇਨਟੇਕ ਟੂ ਇਨਟੇਕ ਪਾਲਿਸੀਜ਼ ਚੱਲਦੀਆਂ ਨੇ ਜੀ। ਇੱਕ ਇਨਟੇਕ ਦੇ ਵਿੱਚ ਜੇ ਅੱਜ ਮੈਨੂੰ 1.5 ਜਾਂ 2.5 ਦੇ ਵੀਜ਼ੇ ਆਉਂਦੇ ਪਏ ਹੈ, ਇਹ ਅਗਲੇ ਇਨਟੇਕ ਤੱਕ ਪਾਲਿਸੀ ਨਹੀਂ ਜਾਏਗੀ, ਕਿਉਂਕਿ ਇੰਨਾ ਕੁ ਬੱਚਾ ਉਸ ਇਨਟੇਕ ਦੇ ਵਿੱਚ ਅਪਲਾਈ ਕਰ ਦੇਗਾ ਦੈਟ ਉਹਦਾ ਅਬਿਊਜ਼ ਹੋਣਾ ਤੈਅ ਹੈ ਸਿਸਟਮ ਦਾ। ਅੰਬੈਸੀ ਫਿਰ ਆਨਨ ਫਾਨਨ ਦੇ ਵਿੱਚ ਆਪਣਾ ਸਿਸਟਮ ਵਾਪਸ ਲੈਂਦੀ ਹੈ ਤੇ ਰਿਜੈਕਸ਼ਨ ਦੇਣੇ ਸ਼ੁਰੂ ਕਰਦੀ ਹੈਗੀ ਹੈ, ਜਿਹਦੇ ਕਰਕੇ ਅਗਲਾ ਇਨਟੇਕ ਸਕਸੈਸਫੁਲ ਨਹੀਂ ਹੋ ਪਾਏਗਾ ਜਾਂ ਹੋ ਪਾਉਂਦਾ। ਹਾਊਐਵਰ ਬੱਚਾ ਪਿਛਲੇ ਇਨਟੇਕ ਦਾ ਹਵਾਲਾ ਦੇ ਕੇ 2 ਇਨਟੇਕ ਉਸੇ ਆਸ ਦੇ ਵਿੱਚ ਚੱਲਦਾ ਰਹਿੰਦਾ, ਮੇਰੇ ਦੋਸਤ ਦਾ ਵੀਜ਼ਾ ਆਇਆ ਸੀ, ਮੇਰੇ ਰਿਸ਼ਤੇਦਾਰ ਦਾ ਵੀਜ਼ਾ ਆਇਆ ਸੀਗਾ ਇਹਨਾਂ ਬੈਂਡਾਂ ਦੇ ਨਾਲ ਹੀ, ਤੇ ਮੈਂ ਅੱਗੇ ਕਿਵੇਂ ਕਰਾਂ। ਬਿਲਕੁਲ ਅਗਲਾ ਵਾਲਾ ਇਨਟੇਕ ਉਹਨਾਂ ਬੱਚਿਆਂ ਵਾਸਤੇ ਜਿਹੜੇ ਕਿ ਮਾਸਟਰਸ ਡਿਗਰੀ ਲਈ ਜਾਂਦੇ ਪਏ ਨੇ, 6.5 ਬੈਂਡ ਨਾਟ ਲੈਸ ਦੈਨ 6.0 ਹੈ। 6 ਬੈਂਡ ਤੇ ਕੰਪਰੋਮਾਈਜ਼ ਨਾ ਕਰਿਓ, ਜ਼ਿਆਦਾ ਵਧੀਆ ਹੋਏਗਾ। ਐਂਡ ਜਿਹੜਾ ਓਵਰਆਲ ਸਕੋਰ ਹੈਗਾ 6 ਬੈਂਡ ਦਾ, ਪੀਟੀ ਐਟਲੀਸਟ 59 ਨਾਟ ਲੈਸ ਦੈਨ 52, ਫਿਰ ਮਾਸਟਰਸ ਡਿਗਰੀ ਵਾਸਤੇ ਅਪਲਾਈ ਕਰਨਾ। ਹੁਣ ਜੇ ਇਸ ਤੋਂ ਘੱਟ ਸਕੋਰ ਆਉਂਦਾ, ਤੁਹਾਡੇ ਕੋਲ ਯੂਨੀਵਰਸਿਟੀਜ਼ ਦੀ ਆਪਸ਼ਨ ਬਿਲਕੁਲ ਹੈਗੀਆਂ ਨੇ ਜਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ। ਹਾਊਐਵਰ ਗੱਲ ਉੱਥੇ ਆ ਜਾਂਦੀ ਹੈ ਜਿੱਥੇ ਮੈਜੋਰਿਟੀ ਆਫ ਬੱਚਾ 6 ਬੈਂਡ ਵਾਲਾ ਅਪਲਾਈ ਕਰੇਗਾ, ਉਹਨਾਂ ਦੇ GT ਦੇ ਰਿਜੈਕਸ਼ਨ ਹੋਣੇ ਜਾਂ ਅੰਬੈਸੀ ਤੋਂ ਵੀਜ਼ਾ ਰਿਜੈਕਟ ਹੋਣੇ ਚੀਜ਼ਾਂ ਤੈਅ, ਕਿਉਂਕਿ ਲਿਮਿਟਿਡ ਨੰਬਰ ਤੋਂ ਕਈ 10 ਗੁਣਾ ਜ਼ਿਆਦਾ ਬੱਚਾ ਉੱਥੇ ਅਪਲਾਈ ਕਰਦਾ ਕਿਉਂਕਿ ਬੈਂਡ ਘੱਟ ਹੈ। ਸੋ ਆਪਣੇ ਬੈਂਡ ਵਾਲੇ ਪਾਸਿਓਂ, ਆਇਲਸ ਵਾਲੇ ਪਾਸਿਓਂ ਜਾਂ PT ਦੇ ਸਕੋਰ ਵਾਲੀ ਸਾਈਡ ਤੋਂ ਪਹਿਲੇ ਦਿਨ ਤੋਂ ਚੰਗੀ ਤਿਆਰੀ ਕਰਨੀ ਸ਼ੁਰੂ ਕਰੋ ਤਾਂ ਕਿ ਉਹ ਪ੍ਰੋਪਰਲੀ ਬੈਂਡ ਲੈ ਕੇ ਤੁਸੀਂ ਅੱਛੀ ਯੂਨੀਵਰਸਿਟੀ 'ਚ ਅਪਲਾਈ ਕਰਕੇ ਆਪਣਾ ਵੀਜ਼ਾ ਸਕਸੈਸ ਵਧਾ ਲਓ। ਤੁਹਾਡੀ ਜੇ ਅਕੈਡਮਿਕ ਪ੍ਰੋਫਾਈਲ ਵੀ ਕਿਤੇ ਨਾ ਕਿਤੇ ਵੀਕ ਹੈ ਨਾ, ਦੇਖੋ ਅਕੈਡਮਿਕ ਪ੍ਰੋਫਾਈਲ ਤੇ ਰਿਜੈਕਸ਼ਨ ਨਹੀਂ ਆਉਂਦੇ ਪਏ, ਉਹ ਇਹ ਕਹਿੰਦੇ ਪਏ ਆ ਤੁਹਾਡੇ ਆਸਟ੍ਰੇਲੀਆ ਦੇ ਹਾਲਾਤ ਤੁਹਾਡੇ ਇੰਡੀਆ ਦੇ ਹਾਲਾਤਾਂ ਨਾਲੋਂ ਬਹੁਤ ਜ਼ਿਆਦਾ ਬਿਹਤਰ ਹੋਣਗੇ, ਇਸੇ ਕਰਕੇ ਸਾਨੂੰ ਲੱਗਦਾ ਤੁਸੀਂ ਵਾਪਸ ਨਹੀਂ ਆਓਗੇ। ਬਿਕਾਜ਼ ਜੇ ਮੇਰੇ ਹਾਲਾਤ ਉੱਥੇ ਵਧੀਆ ਮੈਂ ਵਾਪਸ ਕਿਉਂ ਮੁੜੂੰਗਾ। ਉਹਨਾਂ ਦਾ ਤੁਹਾਡਾ ਐਜੂਕੇਸ਼ਨ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਇਸ ਟਾਈਮ ਤੇ, ਕਿਉਂਕਿ ਜੇ ਯੂਨੀਵਰਸਿਟੀ ਨੇ ਐਡਮਿਸ਼ਨ ਦੇ ਦਿੱਤਾ ਤੁਹਾਡੇ ਅਕੈਡਮਿਕ ਪਰਸੈਂਟੇਜ ਤੇ ਉਹ ਸਮਝ ਗਏ ਵੀ ਤੁਸੀਂ ਪੜ੍ਹ ਲਓਗੇ ਜਾਂ ਪੜ੍ਹਨ ਜੋਗੇ ਹੈਗੇ ਹੋ। ਜੀ ਤੁਹਾਡਾ ਕਾਰਨ ਹੈ ਜਿਹੜਾ ਆਇਲਸ ਦਾ ਇੱਕ ਵੈਲੀਡੇਸ਼ਨ ਹੁੰਦੀ ਹੈ 2 ਸਾਲ ਦੀ ਹੀ ਹੈ, ਕਿਉਂਕਿ ਭਾਸ਼ਾ ਹੈ ਜੀ ਚੀਜ਼ ਹੈ ਜੋ ਮੈਂ ਵਰਤਾਂਗਾ ਤਾਂ ਸੁਧਰੇਗੀ, ਜੋ ਮੈਂ ਨਹੀਂ ਵਰਤਾਂਗਾ ਜਿਹੜੀ ਆਉਂਦੀ ਹੈ ਉਹ ਵੀ ਭੁੱਲ ਜਾਏਗੀ। ਬਿਲਕੁਲ ਤਾਂ ਹੀ ਉਹ 2 ਸਾਲ ਦੀ ਇੱਕ ਵੈਲੀਡੇਸ਼ਨ ਚੱਲਦੀ ਹੈ। 2 ਸਾਲਾਂ ਦੇ ਵਿੱਚ ਤੁਸੀਂ ਕਿਤੇ ਵੀ ਫੋਰਨ ਦੇ ਕੰਟਰੀ 'ਚ ਪਹੁੰਚ ਗਏ ਜਿੱਥੇ ਤੁਸੀਂ ਇੰਗਲਿਸ਼ ਹੀ ਬੋਲਣੀ ਹੈ, ਇਟ ਇਜ਼ ਕੁਆਇਟ ਅੰਡਰਸਟੂਡ ਉਹ ਆਉਣ ਵਾਲੇ ਟਾਈਮ ਦੇ ਵਿੱਚ ਇੰਪਰੂਵਮੈਂਟ ਵਾਲੇ ਪਾਸੇ ਹੀ ਜਾਏਗੀ। ਤਾਂ ਤੁਹਾਡਾ PR ਵਰਕ ਪਰਮਿਟ ਦੇ ਇੰਨਾ ਕਿਤੇ ਸਟ੍ਰੈਸ ਨਹੀਂ ਆਉਂਦਾ ਆਇਲਸ ਵਾਲਾ। ਤੇ ਅਗੇਨ ਪਹਿਲੇ ਗੋ ਤੋਂ ਹੀ ਜੇ ਉਹ ਸਟਰੋਂਗ ਲੈ ਕੇ ਚੱਲੋਗੇ 0.1 ਡੇ ਤੋਂ, ਜਿੱਥੇ ਚੰਗੀ ਯੂਨੀਵਰਸਿਟੀਆਂ ਤੁਹਾਡਾ ਐਡਮਿਸ਼ਨ ਲਈ ਓਕੇ ਨੇ, ਤਾਂ ਉਹ ਤੁਹਾਡਾ ਸਕਸੈਸ ਆਟੋਮੈਟਿਕਲੀ ਵਧਾਏਗੀ। ਐਂਡ ਮਾਈਂਡ ਇਟ, ਇਸ ਟਾਈਮ ਆਸਟ੍ਰੇਲੀਆ ਦੇ ਵਿੱਚ ਆਊਟ ਆਫ 41 ਯੂਨੀਵਰਸਿਟੀਜ਼ 37 ਕੇ 36 ਯੂਨੀਵਰਸਿਟੀਆਂ AL1 ਹੈ। ਇਸ ਤੋਂ ਜ਼ਿਆਦਾ ਵਧੀਆ ਟਾਈਮ ਨਹੀਂ ਹੋ ਸਕਦਾ ਆਸਟ੍ਰੇਲੀਆ ਅਪਲਾਈ ਕਰਨ ਦਾ।
ਓਨਲੀ ਥਿੰਗ ਇਜ਼ ਕੀ ਮੈਂ ਉਸ AL1 ਯੂਨੀਵਰਸਿਟੀ ਦੇ ਵਿੱਚ ਜਾਣ ਲਈ ਕਾਬਲ ਹੈਗਾ ਜੀ ਜਾਂ ਮੈਂ ਮੈਜੋਰਿਟੀ ਉਹ 4 ਯੂਨੀਵਰਸਿਟੀਆਂ 'ਚ ਹੀ ਜਾਊਂਗਾ ਜਿਹੜਾ AL2 ਹੈ, ਕਿਉਂਕਿ ਮੇਰਾ ਰਿਕੁਆਇਰਮੈਂਟ ਮੀਟ ਨਹੀਂ ਹੁੰਦਾ ਪਿਆ AL1 ਦਾ। ਤੇ ਆਪ ਤੁਸੀਂ ਕੈਲਕੂਲੇਸ਼ਨ ਲਾ ਸਕਦੇ ਹੋ ਵੀ ਜੇ 4 ਯੂਨੀਵਰਸਿਟੀਆਂ ਦੇ ਵਿੱਚ ਤਕਰੀਬਨ 500 ਬੱਚਾ ਅਪਲਾਈ ਹੋ ਗਿਆ ਤਾਂ ਕਿੰਨਾ ਕੁ ਦਾ ਵੀਜ਼ਾ ਆਣਾ ਹੈਗਾ। ਬਿਲਕੁਲ ਬਿਲਕੁਲ। ਇਸ ਤੋਂ ਇਲਾਵਾ ਵੀ ਤੁਹਾਡਾ ਆਪਣਾ ਵੀ ਕੋਈ ਸਵਾਲ ਹੋਵੇ ਤਾਂ ਲਗਾਤਾਰ ਸਕਰੀਨ ਦੇ ਉੱਪਰ ਨੰਬਰ ਡਿਸਪਲੇ ਹੋ ਰਿਹਾ, ਜਿਸ ਨੂੰ ਨੋਟ ਕਰ ਲਓ। ESS ਗਲੋਬਲ ਇਮੀਗ੍ਰੇਸ਼ਨ ਦੀ ਟੀਮ ਦੇ ਨਾਲ ਰਾਬਤਾ ਕਾਇਮ ਕਰੋ ਤਾਂ ਕਿ ਸਹੀ ਵਕਤ ਤੇ ਸਹੀ ਸਲਾਹ ਲੈ ਕੇ ਸਹੀ ਡਿਸੀਜਨ ਦੇ ਨਾਲ ਤੁਸੀਂ ਅੱਗੇ ਵਧੋ ਤੇ ਆਪਣਾ ਸਟੱਡੀ ਵੀਜ਼ਾ ਹਾਸਲ ਕਰ ਸਕੋ। ਸੋ ਓਵਰਆਲ ਆਸਟ੍ਰੇਲੀਆ ਦੇ ਲਈ ਜਿਹੜੇ ਜੈਨੂਇਨ ਸਟੂਡੈਂਟਸ ਉਹਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਪਰ ਹਾਂ ਜਿਹੜੇ ਫਰਾਡ ਡਾਕੂਮੈਂਟਸ ਲਗਾਉਣ ਦੀ ਤਿਆਰੀ ਵਿੱਚ ਨੇ ਉਹ ਜ਼ਰੂਰ ਪਿੱਛੇ ਹਟ ਜਾਓ, ਕਿਉਂਕਿ ਚਾਹੇ ਕਿਸੇ ਵੀ ਕੰਟਰੀ 'ਚ ਤੁਸੀਂ ਜਾਣਾ ਹੈ, ਫਰਾਡ ਡਾਕੂਮੈਂਟਸ ਲਗਾਓਗੇ ਤਾਂ ਤੁਹਾਡਾ ਹੀ ਫਿਊਚਰ ਜੋ ਹੈ ਅੱਗੋਂ ਜਾ ਕੇ ਖਰਾਬ ਹੋਏਗਾ ਜ਼ਰੂਰ। ਸੋ ਅੱਗੋਂ ਦੀ ਸਰ ਗੱਲ ਕਰ ਲਈਏ ਤਾਂ ਕੈਨੇਡਾ ਦੇ ਬਾਰੇ ਵੀ ਜ਼ਰੂਰ ਜਾਣਨਾ ਚਾਹਾਂਗੇ। ਹੁਣ 2023 ਬਸ ਸ਼ੁਰੂਆਤ ਹੋਣ ਵਾਲੀ ਹੈ। ਪਹਿਲਾਂ ਤਾਂ ਜਨਵਰੀ ਇਨਟੇਕ ਆਈ ਥਿੰਕ ਫੁੱਲ ਹੋ ਚੁੱਕਿਆ ਹੈ ਤੇ ਅਗਲੇ ਇਨਟੇਕਸ ਦੀ ਤਿਆਰੀ ਜਿਹੜੇ ਸਟੂਡੈਂਟਸ ਕਰ ਰਹੇ ਨੇ ਕਿਹਨਾਂ ਗੱਲਾਂ ਦਾ ਧਿਆਨ ਰੱਖਣ ਔਰ ਕਿਹੜੇ ਈਅਰ ਵਾਲਿਆਂ ਲਈ ਹੁਣ ਆਪਾਂ ਕਹੀਏ ਕਿ ਜਲਦੀ ਜੋ ਹੈ ਡਿਸੀਜਨ ਲੈ ਕੇ ਕੈਨੇਡਾ ਲਈ ਅਪਲਾਈ ਕਰਨ, ਕਿਤੇ ਦੇਰੀ ਨਾ ਹੋ ਜਾਏ। ਦੇਖੋ ਜਿਹੜਾ ਫਰੈਸ਼ ਪਾਸ ਆਊਟ 2022 ਦਾ ਹੈਗਾ ਜੀ, ਉਹਦੇ ਲਈ ਤਾਂ ਜਨਵਰੀ ਇਨਟੇਕ ਜਿਨ੍ਹਾਂ ਨੇ ਅਵੇਲ ਕਰ ਲਿਆ ਬਹੁਤ ਵਧੀਆ। ਅਦਰਵਾਈਜ਼ ਮਈ ਔਰ ਨੈਕਸਟ ਸੈਪਟੈਂਬਰ ਦੀ ਸੀਟਸ ਖੁੱਲ ਚੁੱਕੀਆਂ ਨੇ। ਸੈਪਟੈਂਬਰ 2023 ਵੀ ਸੀਟ ਓਪਨ ਕਰ ਚੁੱਕਿਆ ਹੈ ਇਸ ਟਾਈਮ ਦੇ ਉੱਤੇ। ਜੀ ਜੀ, ਯੂ نو ਇਮੇਜਿਨ ਕਿੰਨਾ ਪਪੂਲਰ ਹੋਏਗਾ ਬਿਕੋਜ਼ ਉਹਨਾਂ ਦੀ ਜਿਹੜਾ ਕੁਆਇਟ ਨੰਬਰ ਆਫ ਅਟਰੈਕਸ਼ਨ ਹੈ ਨਾ, ਦੈਟ ਇਜ਼ ਦ PR ਪਾਲਿਸੀ ਜਿਹੜੀ ਨਵੀਂ ਆਂਦੀ ਪਈ ਹੈ, ਜਿਹੜਾ ਕਿ ਉੱਥੋਂ ਦੇ ਰਹਿਣ ਵਾਲੇ ਬੱਚਿਆਂ ਨੂੰ ਜ਼ਿਆਦਾ ਪ੍ਰੈਫਰ ਕਰੇਗਾ ਰਾਦਰ ਕਿ ਆਫਸ਼ੋਰ PR ਨੂੰ ਪ੍ਰਮੋਟ ਕਰਨ ਵਾਸਤੇ। ਤਾਂ ਉੱਥੋਂ ਜਿਹੜਾ ਹੁੰਦਾ ਨਾ ਮੈਜੋਰਿਟੀ ਆਫ ਰੀਜ਼ਨ ਜਿਹੜਾ ਹੈ, ਮੈਜੋਰਿਟੀ ਆਫ ਰਸਤਾ PR ਹੋਣ ਦਾ ਸਟੂਡੈਂਟ ਵੀਜ਼ੇ ਤੋਂ ਬਾਅਦ ਦਾ ਰਹਿ ਜਾਏਗਾ ਅੰਡਰ ਕੈਨੇਡੀਅਨ ਐਕਸਪੀਰੀਅੰਸ ਕਲਾਸ। ਤਾਂ ਇਹ ਪਪੂਲੈਰਿਟੀ ਕੈਨੇਡਾ ਦੀ ਵਧੇਗੀ ਆਉਣ ਵਾਲੇ ਟਾਈਮ 'ਚ ਜਦ ਰੈਗੂਲੇਸ਼ਨ ਪ੍ਰੈਕਟੀਕਲ ਦੇ ਵਿੱਚ ਆਉਣਾ ਸ਼ੁਰੂ ਹੋ ਜਾਏਗਾ। ਜੀ ਸੈਕਿੰਡ, ਜਿਹੜਾ ਇਨਟੇਕ ਅੱਜ ਮੈਨੂੰ ਮਈ ਜਾਂ ਸਪਟੈਂਬਰ ਮਿਲਦਾ ਪਿਆ ਹੈ, ਅਗੇਨ ਇੱਕ ਰਿਕਮੈਂਡੇਸ਼ਨ ਰਹੇਗੀ, ਗਾਈਡੈਂਸ ਰਹੇਗੀ, ਸਿਰਫ ਔਰ ਸਿਰਫ ਮਈ ਇਨਟੇਕ ਕਰਕੇ ਜਾਂ ਉਹ ਜਿਹੜਾ ਕਾਲਜ ਹੈ ਮੇਰੇ ਨੋਨ ਦੇ ਨੇੜੇ ਤੇੜੇ ਹੈ ਸਿਲੈਕਟ ਨਹੀਂ ਕਰਨਾ, ਕਿਉਂਕਿ ਰਿਜੈਕਸ਼ਨ ਕੈਨੇਡਾ ਦਾ ਵੀ ਅੱਜ ਦੀ ਡੇਟ ਦੇ ਵਿੱਚ ਬੜਾ ਸੈਂਸਿਬਲ ਆਉਂਦਾ ਪਿਆ। ਜਿਹੜਾ ਉਹਨਾਂ ਦਾ 2161 ਹੈ ਉਹਨੂੰ ਜ਼ਿਆਦਾ ਐਲੈਬੋਰੇਟ ਕਰਕੇ ਉਹਨਾਂ ਨੇ ਰਿਫਿਊਜ਼ਲ ਲੈਟਰ 'ਚ ਪੇਸ਼ ਕਰਤਾ ਪਿਆ। ਥਰਡ ਚੀਜ਼, ਫਰਾਡ ਡਾਕੂਮੈਂਟੇਸ਼ਨ ਬਹੁਤ ਜ਼ਿਆਦਾ ਦੇਖਣ ਨੂੰ ਆ ਰਿਹਾ ਦੁਆਰਾ, ਚਾਹੇ ਤੁਹਾਡਾ IELTS ਵਾਲਾ ਫਰਾਡ ਹੈ, PT ਵਾਲਾ ਫਰਾਡ ਹੈ। ਹੁਣ ਮੈਨੂੰ ਇੱਕ ਚੀਜ਼ ਜਿਹੜੀ ਕਦੇ ਸਮਝ ਨਹੀਂ ਆਈ, ਇੱਕ ਬੱਚਾ IELTS ਕਰਨ ਲਈ ਜਾਂ ਕਰਵਾਉਣ ਵਾਸਤੇ ਲੱਖਾਂ ਰੁਪਏ ਦੇ ਦਿੰਦਾ। ਇਹ ਉਹ ਡਾਕੂਮੈਂਟ ਹੈ ਜਿਹੜਾ 2 ਸਾਲ ਵੈਲਿਡ ਹੈ ਸਿਰਫ। ਬਿਲਕੁਲ, ਮਤਲਬ ਮਾਂ-ਬਾਪ ਅਲਾਓ ਵੀ ਕਿਵੇਂ ਕਰ ਦਿੰਦੇ ਆ ਪੁੱਤਰ ਨੂੰ ਜਾਂ ਆਪਣੀ ਔਲਾਦ ਨੂੰ ਵੀ ਆ 4-5 ਲੱਖ ਰੁਪਇਆ ਕਿਸੇ ਵੀ ਤੀਜੇ ਬੰਦੇ ਨੂੰ ਦੇ ਦੇ ਤਾਂ ਕਿ ਤੂੰ ਬਾਹਰ ਜਾਣ ਜੋਗਾ ਹੋ ਜਾਏ। ਉਹ ਡਾਕੂਮੈਂਟ ਲੈ ਕੇ ਏਜੰਟ ਕੋਲ ਆਉਂਦਾ ਹੈ ਜੋ ਦੇਖਦਾ ਫੋਟੋ IELTS ਦੀ ਤੇ ਬੱਚੇ ਦੀ ਐਕਚੁਅਲ ਫੋਟੋ, ਪਤਾ ਹੈ ਵੀ ਇਹ ਸਹੀ ਨਹੀਂ ਹੈ, ਬੱਚਾ ਮੰਨਦਾ ਨਹੀਂ ਤੇ ਉਹ ਐਪਲੀਕੇਸ਼ਨ ਲਾਉਂਦਾ ਕਿਉਂਕਿ ਉਹਨੂੰ ਆਪਣੇ 25-30 ਹਜ਼ਾਰ ਨਾਲ ਪਿਆਰ ਹੈ ਏਜੰਟ ਨੂੰ। ਜਿਹੜਾ 4 ਲੱਖ ਰੁਪਏ ਜਾਂ 5 ਲੱਖ ਰੁਪਏ ਲੈ ਕੇ ਨਿਕਲ ਗਿਆ ਉਹ ਨਿਕਲ ਗਿਆ। ਜੀ ਜੀ ਜੀ, ਉਹ ਏਜੰਟ ਤੋਂ ਬਾਅਦ ਤੁਸੀਂ ਅੰਬੈਸੀ ਜਾਂਦੇ ਹੋ, ਅੰਬੈਸੀ ਨੇ 1 ਸੈਕਿੰਡ ਲਾ ਦੇਣਾ ਹੈ ਤੁਹਾਡਾ ਉਹ ਡਾਕੂਮੈਂਟ ਫੜਨ ਲਈ। ਕਿਸਮਤ ਦੇ ਧਨੀ ਹੋਏਗੇ ਨਿਕਲੋਗੇ, ਪਰ ਉਹ ਕੀ ਉਹ ਚਾਂਸ ਕਿ ਉਹ ਲੋਟਰੀ ਲੈਣ ਦਾ ਜਿਹੜਾ ਸਕ੍ਰੈਚ ਹੈਗਾ, ਇੱਕ 100 ਰੁਪਏ ਦੀ ਲੋਟਰੀ ਦੀ ਟਿਕਟ ਆਉਂਦੀ ਹੈ, 5 ਲੱਖ ਦੀ ਲੋਟਰੀ ਦੀ ਟਿਕਟ ਹੈਗੀ ਹੈ ਬਿਲਕੁਲ, ਜੋ ਪਤਾ ਨਹੀਂ 100 ਚੋਂ ਹਜ਼ਾਰਾਂ ਚੋਂ ਇੱਕ ਦੀ ਨਿਕਲਣੀ ਹੈ। ਕਿ ਤੁਸੀਂ ਉਹ ਇੱਕ ਚਾਹੁੰਦੇ ਹੋ, ਇਹ ਜਿੱਤ ਕਿਸਮਤ ਅਜ਼ਮਾਨੀ ਹੈਗੀ ਹੈ ਤਾਂ ਇਹਨਾਂ ਪੰਗਿਆਂ 'ਚ ਪਵੋ। ਅਦਰਵਾਈਜ਼ ਤੁਸੀਂ 4 ਲੱਖ ਰੁਪਇਆ 2 ਲੱਖ ਰੁਪਇਆ ਜਿਹੜਾ ਬਾਹਰ ਲੋਕਾਂ ਨੂੰ ਪੂਜਣਾ, ਆਪਣੇ ਆਪ ਤੇ ਇਨਵੈਸਟ ਕਿਉਂ ਨਹੀਂ ਕਰਦੇ ਹੋ? ਕਿੰਨੀ ਦੇਰ ਲੱਗ ਜੂਗੀ IELTS ਵਾਸਤੇ? ਮੇ ਵੀ ਸਾਲ, 6 ਮਹੀਨੇ, 1.5 ਸਾਲ ਐਟਲੀਸਟ ਪੈਸਾ ਤਾਂ ਬਚਾਓਗੇ ਕਰਦਿਆਂ ਦਾ। ਜੀ ਜੀ, ਤੇ ਉਸ ਤੋਂ ਬਾਅਦ ਬੈਨ ਆ ਜਾਵੇ, ਉਹ ਪੈਸੇ ਦਾ ਕੀ ਜਿਹੜਾ ਅਗਲੇ ਨੂੰ ਦਿੱਤਾ ਹੋਇਆ। ਬਿਲਕੁਲ ਬਿਲਕੁਲ, ਇਹ ਖੁਦਖੁਸ਼ੀ ਹੈ ਪੈਸਿਆਂ ਦੀ, ਕਿਉਂਕਿ ਤੁਹਾਨੂੰ ਪਤਾ ਹੈ ਆ ਜਿਹੜਾ ਪੈਸਾ ਦੇਣ ਲੱਗੇ ਹੋ 2-4 ਲੱਖ ਰੁਪਇਆ ਤੀਜੇ ਬੰਦੇ ਨੂੰ, ਇਹ 2 ਸਾਲ 'ਚ ਮਿੱਟੀ ਹੋ ਜਾਣਾ ਹੈ। ਤੇ ਆਹ ਇਨਵੈਸਟਮੈਂਟ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਜਿਹੜੇ ਮਾਂ-ਬਾਪ ਆਪਣੇ ਬੱਚੇ ਦੇ ਨਾਲ ਲੈ ਕੇ ਕਰਦੇ ਆ ਤੇ ਕੱਲ ਬੈਨ ਵੀ ਲੈਂਦੇ ਨੇ, ਫਿਰ ਕਿਸਮਤ ਨੂੰ ਦੋਸ਼ ਦਿੰਦੇ ਨੇ ਕਿਉਂਕਿ ਇੱਕ ਹੋਰ ਫਲਾਣੇ ਮੁੰਡੇ ਨੇ ਕਰਾਇਆ ਸੀ ਉਹ ਨਿਕਲ ਗਿਆ, ਸਾਡਾ ਵਾਲਾ ਫਸ ਗਿਆ। ਹਾਈ ਕਮਿਸ਼ਨ ਵੀ ਟਾਈਮ ਦੇ ਨਾਲ ਨਾਲ ਸਿੱਖਦੀ ਹੈ, ਹਾਈ ਕਮਿਸ਼ਨ ਵੀ ਟਾਈਮ ਦੇ ਨਾਲ ਨਾਲ ਆਬਜ਼ਰਵ ਕਰਕੇ ਇਸ ਪਾਰਟਿਕੂਲਰ ਇਲਾਕੇ 'ਚੋਂ ਕੀ ਜਾਲੀ ਚੀਜ਼ ਆਂਦੀ ਪਈ ਹੈਗੀ ਹੈ ਉਹਨੂੰ ਜ਼ਰੂਰ ਮੋਨੀਟਰ ਕਰਦੀ ਹੈਗੀ ਹੈ। ਤਾਂ ਜੇ ਤੁਸੀਂ ਆ ਸੌਖੇ ਰਸਤੇ ਲੱਭਦੇ ਪਏ ਹੋ, ਮੇਰੀ ਸਟਰੋਂਗ ਸੁਜੈਸ਼ਨ ਆ ਕੈਨੇਡਾ ਵਾਲੇ ਜਾਂ ਆਸਟ੍ਰੇਲੀਆ ਜਾਂ UK ਕਿਤੇ ਵੀ ਜਾਣ ਦੀ ਲੋੜ ਨਹੀਂ, ਕਿਉਂਕਿ ਪੈਸਿਆਂ ਦਾ ਨੁਕਸਾਨ ਆਉਣ ਵਾਲੇ ਟਾਈਮ 'ਚ ਬਹੁਤ ਹੋਣਾ ਹੈ। ਬਿਲਕੁਲ, ਹਰੇਕ ਦੀ ਰਿਫੰਡ ਪਾਲਿਸੀਆਂ ਬਣਦੀਆਂ ਪਈਆਂ, ਜੇ ਗਲਤ ਕਾਗਜ਼ ਤੇ ਤੁਹਾਡਾ ਰਿਫਿਊਜ਼ ਹੁੰਦਾ ਹੈ ਤੁਹਾਨੂੰ ਫੀਸਾਂ ਦੇ ਪੈਸੇ ਨਹੀਂ ਮੁੜਨੇ। ਉਹਨਾਂ ਕੋਲ ਉਹੀ ਸਕਰੂ ਹੈ ਕੱਸਣ ਨੂੰ। ਤੁਹਾਨੂੰ ਪਤਾ ਹੋਣਾ ਚਾਹੀਦਾ ਬੀਇੰਗ ਇੱਕ ਜੇ ਤੁਸੀਂ ਐਜ਼ ਅ ਸਟੂਡੈਂਟ ਜਾਂ ਐਜ਼ ਅ ਪੇਰੈਂਟ ਆਪਣੇ ਬੱਚੇ ਤੇ ਇਨਵੈਸਟ ਕਰਦੇ ਪਏ ਹੋ ਵੀ ਸਟੇਕ ਦੇ ਉੱਤੇ ਇਕੱਲੀ ਅੰਬੈਸੀ ਫੀਸਾਂ ਨਹੀਂ ਹੈਗੀਆਂ, ਸ਼ਾਇਦ
ਟਿਊਸ਼ਨ ਫੀਸਾਂ ਵੀ ਸਟੇਕ ਤੇ ਹੋਣਗੀਆਂ ਜੋ ਵਾਪਸ ਨਹੀਂ ਆਣਗੀਆਂ। ਜੀ 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 ਬਿਲਕੁਲ, ਇਸੇ ਲਈ ਅਸੀਂ ਇਸ ਸ਼ੋਅ ਦੇ ਜ਼ਰੀਏ ਤੁਹਾਡੇ ਤੱਕ ਬਿਲਕੁਲ ਸਹੀ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਸਟੂਡੈਂਟਸ ਜਾਂ ਪੇਰੈਂਟਸ ਇਹ ਸੋਚਦੇ ਨੇ ਕਿ ਚਲੋ ਅਸੀਂ ਪੈਸੇ ਲਗਾ ਕੇ ਜਿੰਨੇ ਮਰਜ਼ੀ ਬੱਚੇ ਨੂੰ ਬਾਹਰ ਭੇਜ ਦਈਏ, ਸੋ ਸਿਰਫ ਪੈਸੇ ਦੀ ਬਰਬਾਦੀ। ਆਉਣ ਵਾਲੇ ਟਾਈਮ ਦੇ ਵਿੱਚ ਜੋ ਸਾਰੀ ਕੰਟਰੀਜ਼ ਦੀ ਐਮਬੈਸੀ ਨੇ ਉਹ ਬਹੁਤ ਇਸੇ ਲਈ ਸਟ੍ਰਿਕਟ, ਸਾਨੂੰ ਲੱਗਦਾ ਸਟ੍ਰਿਕਟ ਹੋ ਗਏ, ਜਦ ਕਿ ਉਹ ਜਾਲੀ ਫਰਾਡ ਡਾਕੂਮੈਂਟਸ ਨੂੰ ਪਕੜ ਲੈਂਦੇ ਨੇ, ਆਇਡੈਂਟੀਫਾਈ ਕਰ ਲੈਂਦੇ ਨੇ, ਤਾਂ ਕਰਕੇ ਫਿਰ ਰਿਫਿਊਜ਼ਲ ਆ ਜਾਂਦੀ ਹੈ। ਪਰ ਇੱਥੇ ਇੱਕ ਆਸਟ੍ਰੇਲੀਆ ਨੂੰ ਲੈ ਕੇ, ਰਿਫਿਊਜ਼ਲ ਨੂੰ ਲੈ ਕੇ ਸਵਾਲ ਜ਼ਰੂਰ ਕਰਨਾ ਚਾਹੂੰਗੀ ਕਿ ਜਿਹੜੇ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਚੁੱਕੇ ਨੇ ਉਹਨਾਂ ਨੂੰ ਹੁਣ ਕੀ ਕਰਨਾ ਚਾਹੀਦਾ? ਕੈਨੇਡਾ ਅਪਲਾਈ ਕਰਨਾ ਚਾਹੀਦਾ ਜਾਂ ਫਿਰ ਸਹੀ ਢੰਗ ਨਾਲ ਹਲੇ ਵੀ ਅਗਰ ਦੁਬਾਰਾ ਲਗਾਉਂਦੇ ਨੇ ਫਾਈਲ ਤਾਂ ਆਸਟ੍ਰੇਲੀਆ ਤੋਂ ਵੀਜ਼ਾ ਆ ਸਕਦਾ? ਦੇਖੋ, ਆਸਟ੍ਰੇਲੀਆ ਸਭ ਤੋਂ ਵੱਡਾ ਚੈਲੰਜ ਰਹਿੰਦਾ ਦੁਬਾਰਾ COE ਲੈਣਾ ਜੀ। ਜੇ ਤੁਹਾਡੀ ਯੂਨੀਵਰਸਿਟੀ ਤੁਹਾਡੇ ਨਾਲ ਨਹੀਂ ਖੜੀ ਹੋਈ ਹੈ ਤਾਂ ਤੁਸੀਂ ਦੁਬਾਰਾ ਫਾਈਲ ਲਾ ਹੀ ਨਹੀਂ ਸਕਦੇ ਹੋ ਜੀ। ਤੇ ਯੂਨੀਵਰਸਿਟੀ ਦਾ ਮਾਈਂਡਸੈਟ ਬੜਾ ਸਿੰਪਲ ਹੁੰਦਾ ਹੈ, ਜੇ ਐਮਬੈਸੀ ਨੇ ਵੀਜ਼ਾ ਦੇਣਾ ਹੁੰਦਾ ਤਾਂ ਪਹਿਲੀ ਵਾਰ ਹੀ ਦੇ ਦਿੰਦਾ, ਦੂਜੀ ਵਾਰ ਤੁਹਾਡੇ ਕੋਲ ਐਸਾ ਕਿਹੜੀ ਜਾਦੂ ਦੀ ਛੜੀ ਹੋਏਗੀ ਕਾਗਜ਼ਾਂ ਦੇ ਵਿੱਚ ਜੋ ਤੁਸੀਂ ਲਾਓਗੇ ਨਾ ਲੱਗੇ। ਤਾਂ ਇੱਕ ਵਾਰ ਆਸਟ੍ਰੇਲੀਆ ਤੋਂ ਰਿਫਿਊਜ਼ ਦੁਬਾਰਾ ਉਦੋਂ ਹੀ ਅਪਲਾਈ ਕਰੇ ਜਦ ਉਹਦੇ ਹਾਲਾਤਾਂ 'ਚ ਬਦਲਾਅ ਹੋ ਗਿਆ। ਦੈਟ ਮੀਨਸ ਉਹਨੇ ਅੱਜ ਰਿਫਿਊਜ਼ਲ ਲਿੱਤਾ, ਇੱਥੇ ਆਪਣੀ ਪੜ੍ਹਾਈ ਜਾਰੀ ਰੱਖੀ, ਇੱਥੇ ਬੈਚਲਰ ਡਿਗਰੀ ਖਤਮ ਕੀਤੀ, ਫਿਰ ਆਸਟ੍ਰੇਲੀਆ 2-3 ਸਾਲ ਬਾਅਦ ਅਪਲਾਈ ਕਰੋਗੇ, ਯੈਸ ਤੁਹਾਡੀ ਐਪਲੀਕੇਸ਼ਨ ਦੂਜੇ ਤਰੀਕੇ ਨਾਲ ਦੇਖੀ ਜਾਏਗੀ। ਅਦਰਵਾਈਜ਼ ਜੇ ਹੁਣੇ ਕਾਲ ਹੈਗੀ ਹੈ, ਯੂ ਕੈਨ ਸੀ ਤੁਹਾਡਾ ਕਿਹੜਾ ਕੰਟਰੀ ਦੀ ਐਲੀਜੀਬਿਲਿਟੀ ਕਵਰ ਕਰਦੇ ਹੋ, ਉਹ UK ਵੀ ਹੋ ਸਕਦਾ, ਉਹ ਕੈਨੇਡਾ ਵੀ ਹੋ ਸਕਦਾ, ਤੇ ਉੱਥੇ ਅਪਲਾਈ ਕਰੋ। ਕਿਉਂਕਿ ਕਈ ਲੋਕਾਂ ਨੂੰ ਆਇਲਸ ਦਾ ਜਿਹੜਾ ਇੱਕ ਵੈਲੀਡੇਸ਼ਨ ਵਾਲਾ ਫੈਕਟਰ ਹੈ ਜ਼ਰੂਰ ਕਲਿੱਕ ਕਰਦਾ ਵੀ ਹੁਣ ਕੀਤੀ ਹੈ, ਇਹਦਾ ਜਿੰਨਾ ਲਾਹਾ ਚੱਕ ਸਕਦੇ ਉਹਨਾਂ ਚੱਕ ਲਈਏ, ਤਾਂ ਕਿ 2 ਸਾਲਾਂ ਦੇ ਵਿੱਚ ਹੀ ਅਸੀਂ ਬਾਹਰਲੇ ਮੁਲਕ ਪਹੁੰਚੀਏ। ਬਿਲਕੁਲ। ਸੋ ਕਈ ਸਟੂਡੈਂਟਸ ਦੇ ਸਾਨੂੰ ਆਸਟ੍ਰੇਲੀਆ ਰਿਫਿਊਜ਼ਲ ਨੂੰ ਲੈ ਕੇ ਸਵਾਲ ਸੀ। ਮੈਂ ਉਮੀਦ ਕਰਦੀ ਹਾਂ ਕਿ ਉਹਨਾਂ ਸਾਰੇ ਸਟੂਡੈਂਟਸ ਦੇ ਸਵਾਲ ਜ਼ਰੂਰ ਕਲੀਅਰ ਹੋ ਚੁੱਕੇ ਹੋਣਗੇ। ਬਾਕੀ ਕੈਨੇਡਾ ਦੀ ਆਪਾਂ ਗੱਲ ਕੀਤੀ ਹੈ, UK ਨੂੰ ਲੈ ਕੇ ਵੀ ਜ਼ਰੂਰ ਜਾਣਨਾ ਚਾਹਾਂਗੇ ਕਿ 2023 'ਚ ਕੀ ਟ੍ਰੈਂਡ ਲੱਗਦਾ ਹੈ ਆਉਣ ਵਾਲੇ ਟਾਈਮ ਵਿੱਚ UK, ਕਿਉਂਕਿ ਹੌਲੀ ਹੌਲੀ ਸਾਰੀ ਕੰਟਰੀਆਂ ਕੁਛ ਨਾ ਕੁਛ ਸਟ੍ਰਿਕਟਨੈਸ ਦਿਖਾਉਂਦੀਆਂ ਨੇ ਤੇ UK ਨੂੰ ਈਜ਼ੀ ਆਪਸ਼ਨ ਹਰ ਵਾਰੀ ਮੰਨਿਆ ਜਾਂਦਾ ਹੈ। ਤਾਂ ਕਿਵੇਂ ਦੇਖਦੇ ਤੁਸੀਂ ਆਉਣ ਵਾਲੇ ਸਮੇਂ ਵਿੱਚ? ਦੇਖੋ, UK ਬਾਈ ਡਿਫਾਲਟ ਹਰ ਕਿਸੇ ਦਾ ਆਈ ਬਲੀਵ 100% ਸਕਸੈਸ ਰੇਟ ਹੋਣਾ ਚਾਹੀਦਾ। ਆਪਣੀ ਕਿਸੇ ਬੇਵਕੂਫੀ ਕਰਕੇ ਜਾਂ ਫਾਈਲ ਦੇ ਵਿੱਚ ਕੋਈ ਕੈਸ਼ ਦਾ ਇਸ਼ੂ ਆ ਗਿਆ ਉਹਦੇ ਕਰਕੇ ਰਿਜੈਕਸ਼ਨ ਹੀ ਆਉਂਦੇ, ਅਦਰਵਾਈਜ਼ ਰਿਜੈਕਸ਼ਨ ਦਾ ਕੋਈ ਐਕਚੁਅਲ ਰੀਜ਼ਨ ਹੈ ਹੀ ਨਹੀਂ UK ਦੇ ਵਿੱਚ। ਆਉਣ ਵਾਲਾ ਸਮੇਂ ਜਿਹੜੀ ਗੱਲਾਂ ਉੱਥੇ ਚੱਲਦੀਆਂ ਪਈਆਂ ਨੇ, ਇਹ ਸਟੂਡੈਂਟ ਵੀਜ਼ਾ ਪਾਲਿਸੀ ਨੂੰ ਬਦਲਣਗੇ, ਇਹ ਤੈਅ ਹੈ। ਅਕਤੂਬਰ ਦੇ ਵਿੱਚ ਐਂਡ April ਦੇ ਵਿੱਚ 2 ਵਾਰ ਪਾਲਿਸੀਆਂ ਬਦਲੀਆਂ ਜਾਂਦੀਆਂ, ਤਾਂ ਦੇਖਦੇ ਹਾਂ ਅਕਤੂਬਰ ਦੇ ਬਾਕੀ ਦਿਨਾਂ ਦੇ ਵਿੱਚ ਕੁਝ ਆਂਦਾ ਜਾਂ ਅਪ੍ਰੈਲ ਦੇ ਪਹਿਲੇ ਹਫਤੇ ਹੀ ਕੁਝ ਆਏਗਾ। ਜਿਹੜੀ ਗੱਲਾਂ ਚੱਲਦੀਆਂ ਪਈਆਂ ਨੇ ਦੈਟ ਇਜ਼ ਅਨਸਕਿਲਡ ਲੇਬਰ ਦੀਆਂ, ਜੋ ਡਿਪੈਂਡੈਂਟ ਦੇ ਰੂਪ ਦੇ ਵਿੱਚ ਉੱਥੇ ਪਹੁੰਚ ਗਿਆ। ਬੱਚਾ ਉਹਨੂੰ ਸਕਿਲਡ ਗਿਣ ਕੇ ਚੱਲਦੇ ਨੇ ਕਿਉਂਕਿ ਆਇਲਸ ਹੈਗਾ, ਐਜੂਕੇਸ਼ਨ ਹੈ। ਡਿਪੈਂਡੈਂਟ ਜੀ ਤੇ ਉਹਨਾਂ ਦਾ ਕੋਈ ਕੰਟਰੋਲ ਨਹੀਂ ਹੈਗਾ, ਨਾ ਉਹ ਕੰਟਰੋਲ ਹੋ ਸਕਦਾ ਬਿਕੋਜ਼ ਆਫ ਹਿਊਮੈਨਿਟੇਰੀਅਨ ਗਰਾਊਂਡ। ਉਹਨੂੰ ਉਸ ਤਰੀਕੇ ਨਾਲ ਕੁਝ ਫਨਲ ਅਪ ਕਰਨ ਦੀ ਪਾਲਿਸੀ ਬਣਾਉਣਗੇ ਜਾਂ ਬਣਾ ਰਹੇ ਹੋਣਗੇ, ਜੋ ਮੈਨੂੰ ਲੱਗਦਾ ਹੈ April ਤੱਕ ਅਨਾਉਂਸ ਹੋ ਜਾਣੀ ਹੈਗੀ ਹੈ। ਤਾਂ ਦੈਟ ਮੀਨ UK ਦਾ ਜਨਵਰੀ ਇਨਟੇਕ ਇਜ਼ ਦਾ ਵਨ ਇਨਟੇਕ ਜਿਹੜਾ ਆਪਾਂ ਨੂੰ ਟਾਰਗੇਟ ਰੱਖਣਾ ਚਾਹੀਦਾ ਹੈ। ਜਿਨ੍ਹਾਂ ਦੇ ਆਫਰ ਆ ਗਏ, ਇੰਟਰਵਿਊ ਦੀ ਤਿਆਰੀ ਕਰੋ ਜ਼ਬਰਦਸਤ, ਤਾਂ ਕਿ ਤੁਹਾਨੂੰ ਉਹ ਮੌਕੇ ਨੂੰ ਪੂਰੀ ਅੱਗੇ ਤਰੀਕੇ ਨਾਲ ਖਿੱਚ ਲਵੋ। ਸੈਪਟੈਂਬਰ ਲੈਟਸ ਸੀ, April ਦੇ ਵਿੱਚ ਜੇ ਕੋਈ ਰੈਗੂਲੇਸ਼ਨ ਬਦਲਾਅ ਆਉਂਦਾ ਹੈ, ਜਾਂ ਤਾਂ ਦੇਖੋ ਇੰਟਰਵਿਊ ਇੰਟਰੋਡਿਊਸ ਕਰਨਗੇ ਐਮਬੈਸੀ ਦੀਆਂ, ਜਿਹਦੇ ਵਿੱਚ ਉਹ ਫਿਲਟਰ ਕਰਨਾ ਸ਼ੁਰੂ ਕਰ ਦੇਣਗੇ ਬੱਚਿਆਂ ਨੂੰ, ਤਾਂ ਕਿ ਜਿਸ ਹਿਸਾਬ ਨਾਲ 100 ਦੇ 100 ਵੀਜ਼ੇ ਲੱਗਦੇ ਪਏ ਹੈ 100 ਦੇ 70 ਹੋਣੇ ਸ਼ੁਰੂ ਹੋ ਜਾਣ, ਤਾਂ ਕਿ ਉਹ 30 ਦਾ ਮਾਰਜਨ ਆਪਣੇ ਕੋਲ ਲੈ ਲੈਣ। ਕਿਉਂਕਿ ਸਪਾਊਸ ਨੂੰ ਮਨਾ ਕਰਨਾ ਇਹ ਬਹੁਤ ਵੱਡਾ ਸਟੈਪ ਹੋਏਗਾ ਜੇ ਉਹ ਲੈਂਦੇ ਆ ਵੀ ਸਪਾਊਸ ਵੀਜ਼ਾ ਸਾਡੇ ਕੋਲ ਨਾ ਆਣ, ਅਸੀਂ ਸਿਰਫ ਪੜਾਵਾਂਗੇ ਜਿਵੇਂ ਕੈਨੇਡਾ ਕਰਦਾ ਬੇਸਿਕਲੀ। ਜੇ ਉਹ ਸਟੈਪ ਕਰਨਗੇ ਤਾਂ ਉਹ ਬਹੁਤ ਵੱਡਾ ਸਟੈਪ ਹੋਏਗਾ। ਅਦਰਵਾਈਜ਼ ਵਟ ਆਈ ਥਿੰਕ ਉਹ ਇੰਟਰਵਿਊ ਨੂੰ ਇੰਟਰੋਡਿਊਸ ਕਰਕੇ ਆਪਣੇ ਪਹਿਲਾਂ ਹੀ ਵੀਜ਼ਾ ਗ੍ਰਾਂਟਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨਗੇ, ਤਾਂ ਕਿ ਉੱਥੇ ਐਟਲੀਸਟ ਕੁਝ ਤਾਂ ਇਫੈਕਟ ਪਵੇ ਉੱਥੇ ਜਿਹੜੇ ਬੰਦੇ ਜਾਂਦੇ ਪਏ ਆ ਅਨਸਕਿਲਡ ਵਾਲੇ, ਉਹਨੂੰ ਕੁਝ ਘਟਾਉਣ ਦਾ। ਜਾਂ ਪ੍ਰਾਇੋਰਟੀ ਸਿੰਗਲ ਨੂੰ ਮਿਲੇਗੀ, ਸਪਾਊਸ ਦਾ ਇੰਟਰਵਿਊ ਆਣਗੇ, ਕਿਸੇ ਵੀ ਤਰ੍ਹਾਂ ਦੀ ਕੈਲਕੂਲੇਸ਼ਨ ਪੋਸੀਬਲ ਹੈ। ਪਰ ਅਗਲਾ ਇਨਟੇਕ ਸੈਪਟੈਂਬਰ ਦਾ ਇਸ ਇਨਟੇਕ ਵਰਗਾ ਵੱਡਾ ਨਹੀਂ ਹੋਏਗਾ, ਉਹ ਸਿਮਟਿਆ ਹੋਏਗਾ ਕਿਉਂਕਿ ਡਿਊ ਟੂ ਦਾ ਰੈਗੂਲੇਸ਼ਨ। ਐਂਡ ਜਦ ਵੀ ਰੈਗੂਲੇਸ਼ਨ ਆਉਂਦੀ ਹੈ ਸਾਡਾ ਬੱਚਾ ਡਰ ਜਾਂਦਾ ਹੈ, ਇਹ ਤਾਂ ਕੰਟਰੀ ਵੀਜ਼ਾ ਦੇਣਾ ਬੰਦ ਕਰ ਗਿਆ, ਜੋ ਐਕਚੁਅਲ ਦੇ ਵਿੱਚ ਹੁੰਦਾ ਨਹੀਂ ਹੈਗਾ। ਤਾਂ ਜਸਟ ਕੀਪ ਵਾਚ ਔਨ ਦਾ UK ਪਾਲਿਸੀਜ਼, ਜਿਹੜੀ ਤੁਹਾਡੇ ਫੇਵਰ ਜਾਂ ਨਾਨ ਫੇਵਰ ਚਾਹਣਗੀਆਂ, ਪਰ April ਤੱਕ ਆਣਗੀਆਂ। ਹਾਲੇ ਇਟ ਇਜ਼ ਗੋਇੰਗ ਵੈਰੀ ਸਮੂਥ। ਜੀ ਬਿਲਕੁਲ। ਸੋ ਫਿਲਹਾਲ ਜਿਹੜੇ ਸਟੂਡੈਂਟਸ ਅਪਲਾਈ ਕਰ ਰਹੇ ਨੇ ਉਹਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਹਾਲੇ ਕੋਈ ਅਜਿਹਾ ਅਪਡੇਟ ਨਹੀਂ ਆਇਆ। ਸੋ ਆਉਣ ਵਾਲੇ ਸਮੇਂ 'ਚ ਕੋਈ ਚੇਂਜਸ ਹੋ ਸਕਦੀਆਂ, ਲੇਕਿਨ ਆਪਾਂ ਡੈਡਲਾਈਨ ਕੀ ਮੰਨੀ ਹੈ ਜਨਵਰੀ ਇਨਟੇਕ ਲਈ ਜਿਹੜੇ ਅਪਲਾਈ ਕਰਨਾ ਚਾਹ ਰਹੇ ਨੇ, ਕਦੋਂ ਤੱਕ ਅਪਲਾਈ ਕਰ ਲੈਣ? ਦੇਖੋ, ਯੂਨੀਵਰਸਿਟੀਜ਼ ਦੇ ਐਡਮਿਸ਼ਨ ਤਾਂ ਓਵਰ ਹੋ ਚੁੱਕੇ ਨੇ ਜਨਵਰੀ ਦੇ, ਬਿਲਕੁਲ ਓਵਰ ਹੈ। ਕੈਸ ਦੇ ਇੰਟਰਵਿਊਜ਼ ਚੱਲਦੇ ਪਏ ਨੇ, ਕੈਸ ਆਈ ਥਿੰਕ ਪਹਿਲੇ ਹਫਤੇ ਆਫ ਨਵੰਬਰ ਤੋਂ ਬਾਅਦ ਆਣੇ ਸ਼ੁਰੂ ਹੋ ਜਾਣੇ ਨੇ, ਉਸ ਤੋਂ ਬਾਅਦ ਲੌਜਮੈਂਟ ਦਾ ਟਾਈਮ ਆ ਜਾਣਾ। ਤਾਂ ਡੈਡਲਾਈਨ ਐਕਚੁਅਲੀ ਖਤਮ ਹੋ ਚੁੱਕੀ ਹੈ ਅਪਲਾਈ ਕਰਨ ਵਾਲੀ। ਹੁਣ ਤੁਸੀਂ ਇੰਟਰਵਿਊ ਦੇ ਉੱਤੇ ਆਪਣਾ ਜ਼ੋਰ ਲਾਓ, ਕਿਉਂਕਿ ਇੰਟਰਵਿਊ
ਜੇ ਕਾਫੀ ਯੂਨੀਵਰਸਿਟੀਜ਼ ਅੱਜ ਲੈਂਦੀਆਂ ਪਈਆਂ ਨੇ ਉਹਨਾਂ ਨੇ ਤੁਹਾਨੂੰ ਇੱਕ ਜਾਂ ਦੋ ਮੌਕੇ ਤੋਂ ਵੱਧ ਨਹੀਂ ਦੇਣਾ ਜੀ ਜੀ। ਇੰਟਰਵਿਊ ਦੇ ਵਿੱਚ ਪਾਰਟਿਸਿਪੇਟ ਕਰੋ ਪੂਰੇ ਦਾ ਪੂਰਾ, ਕਿਉਂਕਿ ਉਹ ਇੰਟਰਵਿਊ ਤੁਹਾਡੀ ਹੋਣੀ ਹੈ। ਸੌਖਾ ਰਾਹ ਹਰ ਕੋਈ ਦਿਖਾਉਂਦਾ ਹੈ ਵੀ ਕੋਈ ਨਹੀਂ ਇੰਟਰਵਿਊ ਮੈਨੇਜ ਹੋ ਜਾਏਗੀ ਐਕਸੈਕਟਰਾ ਐਕਸੈਕਟਰਾ, ਪਰ ਇਹ ਉਹੀ ਬੱਚੇ ਨੇ ਜਿਹੜੇ ਇੱਥੋਂ ਵੀਜ਼ਾ ਲੈ ਕੇ 에ਅਰਪੋਰਟ ਤੋਂ ਵਾਪਸ ਆ ਜਾਂਦੇ ਨੇ। ਬਿਲਕੁਲ, ਕਿਉਂਕਿ ਜੇ ਇੱਕ ਚੀਜ਼ ਨੂੰ ਫੇਸ ਹੀ ਨਹੀਂ ਕੀਤਾ, ਕੱਲ ਸਿੱਧਾ ਇਮੀਗ੍ਰੇਸ਼ਨ ਅਫਸਰ ਅੱਗੇ ਜਾ ਕੇ ਇੰਗਲਿਸ਼ ਬੋਲਣੀ ਪਈ ਤੇ ਉਦੋਂ ਪੁੱਛਿਆ ਵਾਟ ਆਰ ਦਾ ਕੋਰਸ ਕੰਟੈਂਟਸ, ਤੁਹਾਨੂੰ ਉਦੋਂ ਪਤਾ ਨਾ ਲੱਗਿਆ ਤਾਂ ਫਿਰ ਉਹ ਵਾਪਸੀ ਦਾ ਜਾਇਜ਼ ਤੈਅ ਹੈਗਾ ਤੁਹਾਡਾ। ਤੇ ਇੰਟਰਵਿਊ ਇਟ ਲਾਈਕ ਅ ਨੈਟ ਪ੍ਰੈਕਟਿਸ, ਜਿੰਨੀ ਛੇਤੀ ਕਰੋਗੇ ਉਨੀ ਜਲਦੀ ਸਕਸੈਸਫੁਲ ਹੋਵੋਗੇ ਪੂਰੇ ਪ੍ਰੋਸੈਸ ਦੇ ਵਿੱਚ। ਜੀ ਬਿਲਕੁਲ, ਇਸੇ ਲਈ ਜਦ ਤੁਸੀਂ ਮਨ ਵਿੱਚ ਧਾਰੀ ਲਿਆ ਕਿ ਤੁਸੀਂ ਵਿਦੇਸ਼ ਜਾਣਾ ਹੈ, ਸਟੱਡੀ ਵੀਜ਼ਾ ਤੇ ਕਿਸੇ ਹੋਰ ਕੰਟਰੀ ਜਾਣਾ ਹੈ, ਸੋ ਇੰਗਲਿਸ਼ ਤਾਂ ਪ੍ਰਾਇੋਰਟੀ ਹੈ ਹੀ ਹੈ। ਆਪਣੀ ਪ੍ਰੋਫਾਈਲ ਬਾਰੇ ਚੰਗੀ ਤਰ੍ਹਾਂ ਜਾਣਿਆ ਕਰੋ, ਸਹੀ ਡਾਕੂਮੈਂਟਸ ਦੇ ਨਾਲ ਔਰ ਸਹੀ ਰਸਤੇ ਤੇ ਅੱਗੇ ਵਧੋ ਤਾਂ ਕਿ ਆਪਣੇ ਫਿਊਚਰ ਨੂੰ ਵਧੀਆ ਢੰਗ ਨਾਲ ਤੁਸੀਂ ਬ੍ਰਾਈਟ ਕਰ ਸਕੋ। ਸੋ ਲਗਾਤਾਰ ਨੰਬਰ ਜੋ ਡਿਸਪਲੇ ਹੋ ਰਿਹਾ ਇਸ ਨੂੰ ਨੋਟ ਕਰ ਲਓ, ਸ਼ੋਅ ਤੋਂ ਬਾਅਦ ਵੀ ਇਸ ਨੰਬਰ ਦੇ ਉੱਪਰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਐਡਰੈਸ ਡਿਟੇਲ ਵੀ ਸਕਰੋਲ ਵੀ ਚੱਲ ਰਹੀਆਂ ਨੇ, ਡਾਕੂਮੈਂਟਸ ਲੈ ਕੇ ਵਿਜ਼ਿਟ ਕਰੋ ਔਰ ਅਸੈਸਮੈਂਟ ਕਰਵਾ ਕੇ ਸਹੀ ਡਿਸੀਜਨ ਲਓ। ਤੇ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ, ਬਹੁਤ ਵਧੀਆ ਜਾਣਕਾਰੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਜਾਣ ਤੋਂ ਪਹਿਲਾਂ ਤੁਹਾਨੂੰ ਉਹਨਾਂ ਸਟੂਡੈਂਟਸ ਦੇ ਨਾਲ ਵੀ ਮਿਲਵਾਨੇ ਆ ਜੀ ਜਿਨ੍ਹਾਂ ਨੇ ESS ਗਲੋਬਲ ਇਮੀਗ੍ਰੇਸ਼ਨਸ ਤੋਂ ਆਪਣਾ ਫਾਈਲ ਪ੍ਰੋਸੈਸ ਕਰਵਾਈ ਸੀ, ਉਹਨਾਂ ਦਾ ਵੀਜ਼ਾ ਆ ਚੁੱਕਿਆ, ਉਹਨਾਂ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ, ਉਹਨਾਂ ਦੀ ਜ਼ੁਬਾਨੀ ਹੀ ਜਾਣਦੇ ਹਾਂ। Good morning everyone, my name is Priya Kaur and I am from Philippines. I visited a lot of consultant but I am not satisfied with the work. Saw a lot of videos on Instagram and YouTube of ESS Global. Then I came to Rudrapur for applying my visa and today I got my visa and I recommend it to all of the students to come here and applying for the visa. ਹੈਲੋ ਜੀ, ਮੇਰਾ ਨਾਮ ਪ੍ਰਭਜੋਤ ਸਿੰਘ ਹੈ ਜੀ। ਮੈਂ ਪਹਿਲਾਂ ਵੀ ਆਪਣੀ ਫਾਈਲ ਲਵਾਈ ਸੀ ਤੇ ਮੇਰੀ ਰਿਫਿਊਜ਼ਲ ਆ ਤੇ 3 ਸਾਲ ਦਾ ਗੈਪ ਵੀ ਸੀ। ਦੈਨ ਫਿਰ ਮੈਨੂੰ ਇੱਕ ਮੇਰੇ ਰਿਲੇਟਿਵਸ ਨੇ ਰਿਕਮੈਂਡ ਕੀਤਾ ਕਿ ਤੁਸੀਂ ਗਲੋਬਲ ਵਾਲਿਆਂ ਕੋਲ ਜਾਓ। ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਬਹੁਤ ਵਧੀਆ ਫਾਈਲ ਲਾਉਂਦੇ ਨੇ। ਮੈਂ ਇਹਨਾਂ ਕੋਲ ਆਇਆ, ਇਹਨਾਂ ਨੇ ਮੈਨੂੰ ਫਾਈਲ ਬੜੀ ਵਧੀਆ ਵੇ ਨਾਲ ਦੱਸੀ, ਮੈਂ ਇਹਨਾਂ ਨੂੰ ਆਪਣੀ ਪ੍ਰੋਬਲਮ ਵੀ ਦੱਸੀ, ਇਹਨਾਂ ਨੇ ਮੇਰੇ ਸੋਲੂਸ਼ਨ ਕੀਤਾ ਤੇ ਐਂਡ ਨਾਓ ਆਈ ਗੋਟ ਮਾਈ ਵੀਜ਼ਾ ਆਫ ਕੈਨੇਡਾ। ਸੋ ਆਈ ਆਲਸੋ ਰਿਕਮੈਂਡ ਟੂ ਆਲ ਤੇ ਇੱਥੇ ਵਿਜ਼ਿਟ ਕਰੋ ਕਿਉਂਕਿ ਇਹ ਵਧੀਆ ਗਾਈਡ ਕਰਦੇ ਆ, ਇਹਨਾਂ ਦਾ ਸਟਾਫ ਵੀ ਬੜਾ ਸਪੋਰਟਿਵ ਆ ਤੇ ਇਹ ਤੁਹਾਡੀ ਪ੍ਰੋਬਲਮ ਜ਼ਰੂਰ ਸੋਲਵ ਕਰਨਗੇ ਤੇ ਤੁਹਾਨੂੰ ਵੀਜ਼ਾ ਦਿਵਾਉਣ 'ਚ ਤੁਹਾਡੀ ਹੈਲਪ ਕਰਨਗੇ। हेलो एवरीवन, माय नेम इज़ अंजलि एंड आई एम फ्रॉम नकोदर। मैंने अपनी 12th 2021 में कंप्लीट करी थी एंड आफ्टर दैट आई वाज सर्चिंग फॉर अ गुड कंसल्टेंट। सो थ्रू एड्स मेरे को पता चला ESS ग्लोबल के बारे में। सो मैं जब यहाँ पे आई तो मेरा काम बिल्कुल स्मूथली चला, मुझे कोई हसल एंड बसल नहीं। मैं जब भी कॉल करती थी दे यूज्ड टू अटेंड मी वेरी नाइसली and after I guess 2 months I have got my visa and I'm really very happy and recommend each and every one of you to come here। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ।